ये चीज़ थोड़े हाथ भाग जाए फिर वो गलत बात हो जाएगी। हमारा ईमान नहीं मानता। आप ऐसे कि हम वो ऐसा थोड़ी बोल रही है कि आपको पे नहीं कर रही है। ऐसा तो आप क्या अजीब गरीब बातें कर रहे हो। बिल्कुल किसी दोस्त के पास होगा उसको पैसे दे देते, वो कैश दे देगा आपको। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਕਿੱਦਾਂ ਸਾਰੇ। ਮੈਂ ਹੀ ਤੁਹਾਡਾ ਆਪਣਾ ਸੱਜਲ ਬੱਬਰ, ਤੁਸੀਂ ਦੇਖ ਰਹੇ ਹੋ ਪੰਜਾਬ ਪਲੱਸ ਟੀਵੀ। ਦ ਸ਼ੋ ਇਜ਼ ਕਾਲਡ ਸਿਤਾਰਿਆਂ ਨਾਲ ਗੱਲਬਾਤ। ਔਰ ਅੱਜ ਸਾਡੇ ਨਾਲ ਸ਼ੋ ਵਿੱਚ ਮੌਜੂਦ ਨੇ ਇੱਕ ਬਹੁਤ ਹੀ ਵਧੀਆ ਕਲਾਕਾਰ, ਇੱਕ ਬਹੁਤ ਹੀ ਵਧੀਆ ਐਕਟਰੈਸ, ਜਿਨ੍ਹਾਂ ਦੀ ਆਪਾਂ ਸ਼ੁਰੂਆਤ ਕਰਾਂਗੇ ਸਪੈਸ਼ਲ ਸ਼ਾਇਰੀ ਦੇ ਨਾਲ। ਕਹਿੰਦੇ ਮਿਹਨਤਾਂ ਨੇ ਕੀਤੀਆਂ ਵਧਾਇਆ ਕਰਦਾ ਮਾਣ, ਸਾਡੇ ਨਾਲ ਹਰਸ਼ੀਨ ਚੌਹਾਨ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਸ਼ੀਨ ਚੌਹਾਨ। ਵੈਲਕਮ ਟੂ ਦ ਸ਼ੋ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਫॉर ਹੈਵਿੰਗ ਮੀ ਹੇਅਰ। ਸੋ ਤੁਹਾਡੇ ਲਈ ਇੱਕ ਸ਼ਾਇਰੀ ਜੋ ਕਿ ਸਪੈਸ਼ਲ हैगी, बट दिस इज़ नॉट माइन। ये मैंने बड़ी पसंद है तो मैं थोड़ा डेडिकेट करता हूँ। कहते कि मैंने घर की हर दीवार पर तेरी तस्वीर लगा रखी है, मैंने घर की हर दीवार पर तेरी तस्वीर लगा रखी है, अब जन्नत से भी हसीन मुझे मेरा घर लगता है। वाह क्या बात, वेरी नाइस। ये कित्थों तुसी पढ़ी हैगी है? ਇਹ ਫਸਟ ਆਈ ਯੂਜ਼ ਟੂ ਰੀਡ ਅ ਲੋਟ। ਓਕੇ, ਮੈਨੂੰ ਵਧੀਆ ਲੱਗਦਾ ਗੁੱਡ ਕੰਟੈਂਟ ਨੂੰ ਰੀਡ ਕਰਨਾ। ਗੁੱਡ, ਵੈਰੀ ਨਾਈਸ, ਆਈ ਲਾਈਕਡ ਇਟ। ਸੋ ਉਸੇ ਤਰ੍ਹਾਂ ਤੁਹਾਨੂੰ ਮਿਲਣਾ ਵੀ ਕਿ ਲਰਨਿੰਗ, ਆਈ ਲਰਨ ਫਰੋਮ ਇੰਸਪੀਰੇਸ਼ਨਲ ਪੀਪਲ, ਯੂ ਇੰਸਪਾਇਰ ਮੀ ਲੋਟ। ਬਿਕੋਜ਼ ਆਪਣੇ ਆਪ ਨੂੰ ਸਟੈਂਡ ਕਰਨਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਆਪਣੇ ਆਪ ਨੂੰ ਪਹਿਲਾਂ ਸਟੱਡੀਜ਼ ਨੂੰ ਕੰਪਲੀਟ ਕਰਨਾ, ਫੈਮਿਲੀ ਨੂੰ ਸੈਟੀਸਫਾਈ ਕਰਨਾ ਕਿ ਯੈਸ ਆਈ ਐਮ ਕੇਪੇਬਲ, ਕਿ ਮੈਂ ਜੌਬ ਕਰ ਲੂੰਗੀ ਜੇ ਨਹੀਂ ਕੁਝ ਹੋਇਆ। ਸੋ ਬਿਕੋਜ਼ ਬੀਇੰਗ ਇਨ ਐਕਟਿੰਗ ਇਟਸ ਆਲਵੇਜ਼ ਆਈਵ ਸੀਨ ਦੈਟ ਕਿ ਐਕਟਰਸ ਬਹੁਤ ਐਜੂਕੇਟਿਡ ਨੇ ਅੱਜ ਕੱਲ੍ਹ, ਜੋ ਕਿ ਇੱਕ ਬਹੁਤ ਹੀ ਵਧੀਆ ਗੱਲ ਹੈ। ਸੋ ਪਹਿਲਾ ਸਵਾਲ ਮੇਰਾ ਇਹੀ ਹੈ ਕਿ ਫੈਮਿਲੀ ਨੂੰ ਕਨਵਿੰਸ ਕਿੱਦਾਂ ਕੀਤਾ ਕਿ I want to be into this field, because ਜਿਹੜਾ ਇਹ ਫੀਲਡ ਹੈ ਬਹੁਤ ਕਈ ਵਾਰ ਡਾਵਾਡੋਲ ਹੁੰਦਾ ਹੈ, ਐਸਪੈਸ਼ਲੀ ਫॉर गर्ल्स। ਹਾਂਜੀ, ਫੈਮਿਲੀ ਨੂੰ ਕਨਵਿੰਸ ਕਰਨਾ ਮਤਲਬ ਮੈਂ ਨਹੀਂ ਕਹੂੰਗੀ ਕਿ ਬਹੁਤ ਸੌਖੀ ਜਰਨੀ ਰਹੀ ਹੈ, ਲੇਕਿਨ ਐਵੇਂ ਵੀ ਨਹੀਂ ਕਿ ਕੋਈ ਬਹੁਤ ਔਖਾ ਰਿਹਾ ਹੈ ਜਾਂ ਬਹੁਤ ਫਾਈਟ ਕਰਨੀ ਪਈ, ਇੱਦਾਂ ਦਾ ਵੀ ਕੁਝ ਨਹੀਂ ਸੀਗਾ। ਸੋ ਮੇਰੀ ਫੈਮਿਲੀ ਨੂੰ ਸ਼ੁਰੂ ਤੋਂ ਇਸ ਚੀਜ਼ ਦੇ ਬਾਰੇ ਆਈਡੀਆ ਸੀ, ਕਿਉਂਕਿ ਘਰਦਿਆਂ ਨੂੰ ਆਪਣੇ ਬੱਚੇ ਦਾ ਪਤਾ ਹੁੰਦਾ ਕਿ ਉਹਨਾਂ ਦੇ ਏਰੀਆਜ਼ ਆਫ ਇੰਟਰਸਟ ਕੀ ਨੇ। ਅਤੇ ਮੈਂ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬਹੁਤ ਐਕਟਿਵ ਰਹੀ ਸੀ ਕੋ ਕਰਿਕੂਲਮ ਐਕਟੀਵਿਟੀਜ਼। ਆਈ ਵਾਜ਼ ਇਨ ਦ 6th ਕਲਾਸ ਜਦੋਂ ਮੈਂ ਫਸਟ ਟਾਈਮ ਸਟੇਜ ਦੇ ਉੱਤੇ ਮਾਈਕ ਫੜ ਕੇ ਆਈ ਵਾਜ਼ ਦ ਚੀਫ ਕਮੈਂਟੇਟਰ ਫॉर ਦ ਇੰਟਾਇਰ ਐਨੂਅਲ ਫੰਕਸ਼ਨ ਆਫ ਆ ਸਕੂਲ। ਐਂਡ ਉਦੋਂ ਤੋਂ ਹੀ ਮੈਨੂੰ ਮਤਲਬ ਸਟੱਡੀਜ਼ ਨਾਲੋਂ ਜ਼ਿਆਦਾ ਇੰਟਰਸਟ ਕੋ ਕਰਿਕੂਲਮ ਐਕਟੀਵਿਟੀਜ਼ ਦੇ ਵਿੱਚ ਰਹਿੰਦਾ ਸੀ। ਸੋ ਇਨ 2015 ਆਈ ਵੈਂਟ ਇਨ ਫॉर ਅ ਪੈਜੈਂਟ। ਐਂਡ ਉਦੋਂ ਮੇਰੇ ਘਰਦਿਆਂ ਨੇ ਇੱਕਦਮ ਐਵੇਂ ਹੋਇਆ ਕਿ ਤੂੰ ਕਿਉਂ ਸਟੱਡੀਜ਼ ਤੋਂ ਬਾਅਦ ਹੁਣ ਤੂੰ ਇੱਧਰ ਨੂੰ ਜਾਣ ਬਾਰੇ ਸੋਚ ਰਹੀ ਹੈ। ਸੈਡ ਇਟਸ ਓਕੇ, ਲੈਟ ਮੀ ਜਸਟ ਟਰਾਈ। ਉਹ ਹੋਇਆ। ਫਿਰ ਮੈਂ ਮਿਸ ਪੰਜਾਬ ਵਾਸਤੇ ਗਈ ਅਤੇ ਉਦੋਂ ਦੇ ਵਰ ਵੈਰੀ ਸਪੋਰਟਿਵ ਅਬਾਊਟ ਇਟ। ਕਰਦੇ ਕਰਦੇ ਸਟੈਪ ਬਾਏ ਸਟੈਪ ਐਜ਼ ਦੇ ਸੋ ਮਾਈ ਐਫਰਟ ਐਂਡ ਗਰੋਥ, ਉਹ ਵੀ ਥੋੜ੍ਹਾ ਕਨਵਿੰਸ ਹੋਣ ਲੱਗ ਗਏ। ਐਂਡ ਕਰੰਟਲੀ ਐਟ ਦਿਸ ਪੁਆਇੰਟ I feel it that they want it more than me, ਕਿ ਅੱਛਾ ਕਰੇ, ਵਧੀਆ ਗਰੋ ਕਰੇ, ਆਪਦੇ ਲਈ ਵਧੀਆ ਨਾਮ ਕਮਾਵੇ, ਸਾਡਾ ਨਾਮ ਉੱਚਾ ਕਰੇ। ਤਾਂ ਰਾਈਟ ਨਾਓ ਜਿੰਨੀ ਸਪੋਰਟ ਮੈਨੂੰ ਮੇਰੀ ਫੈਮਿਲੀ ਦੀ ਹੈ, I couldn't have asked for more. It has been very supportive and you really cannot go anywhere without family. I'm very thankful to them for this. क्या बात है। सो कहते शुक्राना करना बहुत ज़रूरी है एंड आई एम रियली हैप्पी टू नो कि यू रियली थैंकफुल टू गॉड एंड योर पेरेंट्स। बिल्कुल। सो एक ਜਿਹੜੀ ਹੁੰਦੀ ਹੈ ਨਾ ਮੂਮੈਂਟ ਕਿ ਜਦੋਂ ਤੁਸੀਂ ਜਾ ਰਹੇ ਹੋ, ਆਪਣੇ ਫਾਦਰ ਜਾ ਰਹੇ ਨੇ ਕਿ ਹਰਸ਼ੀਨ ਦੇ ਫਾਦਰ ਜਾ ਰਹੇ ਨੇ, ਉਹ ਮਤਲਬ ਉਹ ਫੀਲ ਕਰਦੇ ਹੋਣੇ ਉਸ ਚੀਜ਼ ਨੂੰ। ਉਹ ਮੂਮੈਂਟ ਕਿੱਦਾਂ ਲੱਗਦਾ ਕਿ ਜਦੋਂ ਕੋਈ ਕਹਿੰਦਾ ਕਿ ਹਰਸ਼ੀਨ ਕੇ ਫਾਦਰ ਜਾ ਰਹੇ ਹਨ?
ਬਹੁਤ ਵਧੀਆ ਲੱਗਦਾ ਸੀ ਉਸ ਮੂਮੈਂਟ 'ਤੇ, ਤਾਂ ਬਹੁਤ ਜ਼ਿਆਦਾ ਅੱਛਾ ਲੱਗਦਾ। ਸੋ ਮੈਨੂੰ ਇੱਕ ਇਨਸੀਡੈਂਟ ਯਾਦ ਆ ਰਿਹਾ ਹੈਗਾ। ਮੇਰੇ ਫਾਦਰ ਹੀ ਵਾਸ ਪੋਸਟਡ ਐਟ ਫਤਿਹਗੜ੍ਹ ਸਾਹਿਬ ਐਂਡ ਮੈਂ ਕ੍ਰਾਸ ਕਰ ਰਹੀ ਸੀਗੀ ਉੱਧਰੋਂ ਐਂਡ ਕਾਫੀ ਜ਼ਿਆਦਾ ਟ੍ਰੈਫਿਕ ਸੀ ਉਸ ਟਾਈਮ ਦੇ ਉੱਤੇ, ਅਤੇ ਮੈਂ ਦੂਜੀ ਸਾਈਡ ਤੋਂ ਕ੍ਰਾਸ ਕਰਨਾ ਸੀਗਾ। ਸੋ ਦੇਰ ਵਾਜ਼ ਦਿਸ ਪਰਸਨ ਔਨ ਡਿਊਟੀ ਐਂਡ ਪਾਪਾ ਨੇ ਸ਼ਾਇਦ ਉਹਨਾਂ ਨੂੰ ਪਹਿਲਾਂ ਹੀ ਕਿਹਾ ਹੋਇਆ ਸੀਗਾ ਕਿ ਵੀ ਬੇਟੀ ਨੇ ਆਉਣਾ, ਵੀ ਤੁਸੀਂ ਕਰਵਾ ਦਿਓ, ਬਿਕੋਜ਼ ਉਸ ਟਾਈਮ ਦੇ ਉੱਤੇ ਨਾ ਜੋੜ ਮੇਲਾ ਚੱਲ ਰਿਹਾ ਸੀ, ਤਾਂ ਬਹੁਤ ਐਕਸੈਸਿਵ ਟ੍ਰੈਫਿਕ ਸੀ। ਤਾਂ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਮੇਰੇ ਫਾਦਰ ਨਾਮ ਸੁਖਵਿੰਦਰ ਸਿੰਘ ਚੌਹਾਨ ਹੈ, ਵੀ ਮੈਂ ਉਹਨਾਂ ਦੀ ਬੇਟੀ ਹਾਂ, ਵੀ ਤੁਸੀਂ ਮੈਨੂੰ ਅੜਦੋ ਉੱਥੇ ਤੱਕ ਪਹੁੰਚਾ ਦੋਗੇ, ਬਿਕੋਜ਼ ਜੋੜ ਮੇਲੇ ਦੇ ਵਿੱਚ ਵੀ ਕਿਤੇ ਐਵੇਂ ਟ੍ਰੈਫਿਕ ਦੇ ਵਿੱਚ ਫਸ ਨਾ ਜਾਵਾਂ ਨਾ। ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਹਰਸ਼ਨੀਨ ਚੌਹਾਨ ਹੋ, ਅਤੇ ਮੈਂ ਉਸ ਟਾਈਮ 'ਤੇ ਫਿਰ ਮਤਲਬ ਅੱਛਾ ਲੱਗਿਆ ਕਿ ਮੈਨੂੰ ਸਿਰਫ ਆਪਣੇ ਫਾਦਰ ਦਾ ਨਾਮ ਦੱਸਣ ਦੀ ਲੋੜ ਨਹੀਂ ਪਈ। ਦੇ ਮਤਲਬ ਲਿਟਲ ਬਿਟ ਸਮਵੇਅਰ ਦੇ ਨੋ ਮੀ ਬਾਈ ਮਾਈ ਨੇਮ ਆਲਸੋ, ਤਾਂ ਦੈਟ ਵਾਜ਼ ਅ ਵੈਰੀ ਗੁੱਡ ਐਂਡ ਹੈਪੀ मोमेंट। क्या बात है। ये मतलब होता ना कि कोई हमें जानता भी है, मतलब एक्टर्स बहुत मेहनत करते हैं, मतलब बहुत ज़्यादा हार्डशिप्स करते हैं कि हाँ कोई सानू प्यार करे, दैट इज सेल्फलैस लव, वो एक्टर्स को मिलता है लकीली। एक सेकंड मेरा क्वेश्चन ये है कि यू बीन इनटू पेजेंट्री, थिएटर, एक्टिंग एंड मॉडलिंग मोर ओवर इन फिल्म्स, है ना, तुसी रैंक किदां करोगे उस चीज़ नू? ਸੀ ਦਿਸ ਇਜ਼ ਅ ਪਰਸਨਲ ਪ੍ਰੈਫਰੈਂਸ, ਕਿਸੇ ਨੂੰ ਕੋਈ ਚੀਜ਼ ਜ਼ਿਆਦਾ ਚੰਗੀ ਲੱਗਦੀ ਹੈ। ਆਈ ਐਮ ਨਾਟ ਸੇਇੰਗ ਕਿ ਜੇ ਮੇਰੀ ਪ੍ਰੈਫਰੈਂਸ ਹੈ ਤਾਂ ਇਹੀ ਰੈਂਕਿੰਗ ਹੋਣੀ ਚਾਹੀਦੀ ਹੈ, ਬਟ ਫॉर मी acting has always been my topmost priority because I always saw myself more of a vocal performer, a lot to do with more of expressions and characters and depth. So it's films as the topmost priority for me, and then it would be web series, and then songs, then theatre, and then pageantry. क्या बात है। So pageants have always been a part जो ਤੁਹਾਨੂੰ grow ਕਰਦੇ ਨੇ, groom ਕਰਦੇ ਨੇ, है ना। they have sessions called grooming sessions, ਜਿੱਥੇ ਕੀ ਹੁੰਦਾ ਕਿ ਇਨਸਾਨ ਸਿੱਖਦਾ ਕਿ how to talk to people, how to walk, and ਕਿੱਦਾਂ ਆਪਣਾ ਸਟੈਂਡ ਲੈਣਾ basically। ਤੁਹਾਨੂੰ grooming sessions ਨੇ ਕੀ ਸਿਖਾਇਆ? ग्रूमिंग ਸੈਸ਼ਨਸ ਨੇ ਮੈਨੂੰ ਬਹੁਤ ਕੁਝ ਸਿਖਾਇਆ, ਬਿਕੋਜ਼ ਮੈਂ ਪਰਸਨਲੀ ਬਿਲਕੁਲ ਵੀ ਉਹੀ ਜਿਹਾ ਇਨਸਾਨ ਨਹੀਂ ਹੈਗੀ ਕਿ ਜਿਹਨੂੰ ਆਰਾਮ ਨਾਲ ਗੱਲ ਕਰਨੀ ਆਉਂਦੀ ਹੋਵੇ, ਸਫਿਸਟੀਕੇਟਡਲੀ ਬੈਠਣਾ ਆਉਂਦਾ ਹੋਵੇ। ਮੈਂ ਇਹੋ ਜਿਹੀ ਬਿਲਕੁਲ ਨਹੀਂ ਸੀ ਸ਼ੁਰੂ ਤੋਂ, ਮਤਲਬ ਜਿਵੇਂ ਬੱਚੇ ਹੁੰਦੇ ਨੇ ਸ਼ਰਾਰਤੀ ਜੇ, ਉਵੇਂ ਦੀ ਰਹੀ ਹਾਂ। ਬਟ ਇਹ ਪੈਜੈਂਟਸ ਦੇ ਥਰੂ ਹੀ ਹੋਇਆ ਕਿ ਉਹਨਾਂ ਨੇ ਉੱਥੇ ਇੱਕ ਇੱਕ ਚੀਜ਼ 'ਤੇ ਕਾਫੀ ਡਿਟੇਲ ਹੁੰਦੀ ਹੈ ਕਿ ਤੁਸੀਂ ਬੈਠਣਾ ਹੈ ਤਾਂ ਯੂ ਨੋ ਦਿਸ ਇਜ਼ ਯੋਰ ਪੋਜੀਸ਼ਨ, ਤੁਸੀਂ ਇਸ ਤਰੀਕੇ ਨਾਲ ਬੈਠਣਾ ਹੈ, ਯੋਰ ਹੈਂਡਸ ਸ਼ੁੱਡ ਬੀ ਪਲੇਸਡ ਲਾਈਕ ਦਿਸ, ਐਂਡ every single minute little detail, your manner of walking, talking and expressing yourself to the other person. So pageants, they really groom you in presenting yourself out to the world in the most confident way possible. क्या बात है। मतलब इन्ना ਜਿਹੜਾ ਗਿਆਨ ਹੈ ਨਾ, ਸੋ ਦੇਖੋ ਜਿਹੜੀਆਂ ਵੀ ਕੁੜੀਆਂ ਨੇ, ਜਿਹੜੇ ਵੀ ਮੁੰਡੇ ਨੇ ਨਾ, ਜਿਨ੍ਹਾਂ ਨੂੰ ਮਤਲਬ ਜੋ ਕਿ ਕੁਝ ਕਰਨਾ ਚਾਹੁੰਦੇ ਨੇ, ਹੈ ਨਾ, ਮਾਡਲ ਬਣਨਾ ਚਾਹੁੰਦੇ ਨੇ, ਪੇਜੈਂਟਸ ਕਰੋ, ਲਰਨ ਅ ਲੋਟ, ਬਿਕੋਜ਼ ਇਟਸ ਆਲ ਅਬਾਊਟ ਲਰਨਿੰਗ। ਸੋ ਇੰਨਾ ਗਿਆਨ ਲੈਣ ਤੋਂ ਬਾਅਦ ਥੋੜਾ ਜਿਹਾ ਹੋਰ ਗਿਆਨ ਲੈਂਦੇ ਆ, ਲਰਨਿੰਗ, ਨੋਇੰਗ ਅਦਰ ਸਾਈਡ ਆਫ ਹਰਸ਼ੀਨ, ਦੈਟ ਸੈਗਮੈਂਟ ਇਜ਼ ਕਾਲਡ ਹਾਊ ਟੂ, ਇਸ ਹੈ ਨਾ, ਕਿੱਦਾਂ ਬਾਈ ਉਹ ਵਾਲੀ। ਬਟ ਇਹਦੇ ਵਿੱਚ ਇਹ ਹੈ ਕਿ ਜਿਹੜੇ ਸਵਾਲ ਹੋਣਗੇ ਕਿ ਥੋੜੇ ਪਰਸਨਲ ਲਾਈਫ ਨੂੰ ਲੈ ਕੇ ਕਿ ਲੋਕਾਂ ਨਾਲ ਡੀਲ ਕਿੱਦਾਂ ਆਪਾਂ ਕਰੀਦਾ ਹੁੰਦਾ। ਸੋ ਪਹਿਲਾ ਸਵਾਲ ਇਹ ਹੈ, ਹਾਊ ਟੂ ਗੈਟ ਰਿਡ ਆਫ ਟੌਕਸਿਕ ਪੀਪਲ। ਓਕੇ, ਸੋ ਪਰਸਨਲੀ ਔਰ ਪ੍ਰੋਫੈਸ਼ਨਲੀ? ਐਨੀ ਆਫ ਦਾ ਵੇ, ਬਿਕੋਜ਼ ਆਪਾਂ ਪਰਸਨਲ ਲਾਈਫ 'ਚ ਤਾਂ ਆਪਣੀ ਸਿਰਫ ਫੈਮਿਲੀ ਹੁੰਦੀ ਹੈ, ਦੈਟ ਇਜ਼ ਵੈਰੀ ਪੋਜ਼ਿਟਿਵ। ਜਦੋਂ ਆਪਾਂ ਘਰ ਤੋਂ ਬਾਹਰ ਨਿਕਲਦੇ ਹਾਂ, people are very sweet to us, but sometimes they're not productive, they seem to be productive, ਉਹਨੂੰ ਆਪਾਂ ਕਿੱਦਾਂ ਡੀਲ ਕਰੀਏ? Okay, so usually see each one of us we come across toxic people, ਇੱਦਾਂ ਦਾ ਕੁਛ ਨਾ ਕੁਛ ਤਾਂ ਹੁੰਦਾ ਹੀ ਰਹਿੰਦਾ ਹੈ। ਸੋ ਪਰਸਨਲੀ ਤਾਂ ਮੇਰੀ ਪ੍ਰੈਫਰੈਂਸ ਇਹੀ ਹੁੰਦੀ ਹੈ ਕਿ ਡਿਪੈਂਡਿੰਗ ਅਪੋਨ ਦ ਇਕੁਏਸ਼ਨ ਵਿਦ ਦੈਟ ਪਰਸਨ, ਕਿ ਮੈਂ ਉਹ 'ਤੇ ਕਲੀਅਰ ਸਿੱਧੀ ਗੱਲ ਕਰਾਂ ਕਿ ਵੀ ਨਹੀਂ, ਮੈਂ ਦਿਸ ਬਿਹੇਵੀਅਰ ਜਾਂ ਤੁਹਾਡੀ ਇਹ ਗੱਲ ਮੈਨੂੰ ਨਹੀਂ ਪਸੰਦ, ਆਈ ਵਾਂਟ ਟੂ ਮੇਨਟੇਨ ਮਾਈ ਡਿਸਟੈਂਸ। ਉਹਨਾਂ ਨੂੰ ਬੁਰਾ ਲੱਗਦਾ, ਬੁਰਾ ਲੱਗੇ, ਨਹੀਂ ਚੰਗਾ ਲੱਗਦਾ, ਜੋ ਵੀ ਜਿਵੇਂ ਵੀ ਉਹਨਾਂ ਨੇ ਹੈਂਡਲ ਕਰਨਾ ਅਪ ਟੂ ਦੈਮ। ਬਟ ਪ੍ਰੋਫੈਸ਼ਨਲੀ ਤੁਸੀਂ ਨਹੀਂ ਸਭ ਕੁਝ ਕਲੀਅਰਲੀ ਕਹਿ ਸਕਦੇ ਹੁੰਦੇ ਹੈਗੇ ਨਾ, ਤਾਂ ਬਸ ਮੇਰਾ ਸਿੰਪਲ ਫੰਡਾ ਇਹ ਹੁੰਦਾ ਕਿ ਇਗਨੋਰ ਕਰੋ, ਬਿਕੋਜ਼ ਸਮਟਾਈਮਸ ਯੂਰ ਸਾਇਲੈਂਸ ਸਪੀਕਸ ਦ ਮੋਸਟ, ਅਤੇ ਬੰਦਾ ਆਪਣੇ ਆਪ ਸਮਝ ਜਾਂਦਾ ਹੈ। ਤਾਂ ਫਿਰ ਮੈਂ ਸੋ ਆਈ ਟਰਾਈ ਟੂ ਯੂਜ਼ ਦਿਸ ਥਿੰਗ। ਤੁਸੀਂ ਮਤਲਬ ਕੋਰਸ ਨੂੰ ਬਹੁਤ ਸੀਰੀਅਸਲੀ ਲੈਂਦੇ ਹੋ, ਹੈ ਨਾ, ਇਗਨੋਰੈਂਸ ਇਜ਼ ਅ ਬਲੈਸ, ਕਿਆ ਨਹੀਂ ਪਤਾ ਹਾਊ ਲਾਈਫ ਦੇ ਵਿੱਚ ਤੁਹਾਡੇ ਕੰਮ ਆਉਂਦੀ ਹੈ। ਫਿਰ ਮਤਲਬ ਮੈਂ ਹੁਣ ਰੀਡ ਕਰਾਂ ਇਹਨਾਂ ਦੀ ਚੀਜ਼ਾਂ ਨੂੰ, ਹੈ ਨਾ, ਮਤਲਬ ਜ਼ਰੂਰੀ ਹੈ, ਇੰਪਲੀਮੈਂਟ ਵੀ ਕਰਾਂ। ਨੈਕਸਟ ਕੁਐਸਚਨ ਇਜ਼ ਦਿਸ ਕਿ ਹਾਊ ਟੂ ਗੈਟ ਇਨ ਟੱਚ ਵਿਦ ਗੁੱਡ ਪੀਪਲ? How to get in touch with good people? By being honest, by completely being honest। ਜੇ ਤੁਹਾਨੂੰ ਲੱਗਦਾ ਹੈਗਾ ਕਿ ਤੁਸੀਂ ਕਿਸੇ ਨੂੰ ਮਿਲੇ ਹੋ ਅਤੇ ਤੁਹਾਨੂੰ ਉਹਨਾਂ ਦਾ ਨੇਚਰ ਜਾਂ ਉਹਨਾਂ ਦਾ ਬਿਹੇਵੀਅਰ, ਉਹਨਾਂ ਦਾ ਕੰਡਕਟ ਬਾਕੀ ਲੋਕਾਂ ਨਾਲ ਵਧੀਆ ਲੱਗ ਰਿਹਾ ਹੈ, ਤਾਂ ਤੁਸੀਂ put yourself out there, completely be honest about it, and ਜੇ ਤੁਹਾਡਾ ਕਨੈਕਸ਼ਨ ਬਣਨਾ ਹੋਏਗਾ ਤਾਂ ਉਹ it will flow in seconds।
ਐਂਡ ਮੋਸਟਲੀ ਤੁਸੀਂ ਉਹੋ ਜਿਹੇ ਲੋਕਾਂ ਨਾਲ ਹੀ ਕਨੈਕਟ ਕਰਕੇ ਵਧੀਆ ਫੀਲ ਕਰਦੇ ਹੋ ਜੋ ਤੁਹਾਡੇ ਵਰਗੇ ਹੁੰਦੇ ਨੇ। ਸੋ ਬੀ ਓਨੈਸਟ ਅਬਾਊਟ ਇਟ, ਐਂਡ ਇਫ ਯੂ ਵਾਂਟ ਟੂ ਲਰਨ ਸਮਥਿੰਗ ਫਰਮ ਸਮਵਨ, ਸਿੱਧਾ ਦੱਸੋ ਵੀ ਨੋ ਦਿਸ ਇਜ਼ ਵਾਟ ਆਈ ਵਾਂਟ ਟੂ ਲਰਨ ਫਰਮ ਯੂ, ਤਾਂ ਇਫ ਯੂ ਕੈਨ ਹੈਲਪ ਮੀ ਆਊਟ ਇਨ ਦਿਸ ਵੇ, ਤਾਂ ਇਟਸ ਵੈਰੀ ਈਜ਼ੀ। ਜਸਟ ਬੀ yourself and be honest about it, you can get in touch with a lot many good people। क्या बात है। ਸੋ ਨੈਕਸਟ ਸਵਾਲ ਇਹ ਥੋੜਾ ਜਿਹਾ ਟੈਕਨੀਕਲ ਜਿਹਾ ਸਵਾਲ ਹੈ, ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ। ਇਹਦੇ ਵਿੱਚ ਕੀ ਹੈ, ਕਈ ਵਾਰ ਕੀ ਹੁੰਦਾ, ਅਸੀਂ ਕਿਤੇ ਕੰਮ ਕਰਕੇ ਆਏ ਹੁੰਦੇ ਆ ਐਂਡ ਪੀਪਲ ਆਰ ਵੈਰੀ ਸਵੀਟ ਟੂ ਅਸ, ਬਟ ਜਦੋਂ ਅਸੀਂ ਕਿਤੇ ਵਧੀਆ ਪੋਜੀਸ਼ਨ ਤੇ ਜਾ ਕੇ ਸ਼ਿਫਟ ਹੁੰਦੇ ਆ ਐਜ਼ ਅ ਪ੍ਰੋਮੋਸ਼ਨ, ਪ੍ਰੋਮੋਟਿੰਗ ਟੂ ਅ ਬਿਗ ਕੰਪਨੀ ਔਰ ਡੂਇੰਗ ਅ ਬਿਗ ਫਿਲਮ, ਜਿਹੜੇ ਐਕਟਰਸ ਹੁੰਦੇ ਨੇ ਜਾਂ ਕਲੀਗਸ ਹੁੰਦੇ ਨੇ, ਦੇ ਸਪੀਕ ਬੈਡ ਬਿਕੋਜ਼ ਆਈ ਥਿੰਕ ਦੇ ਡੋਂਟ ਲਾਈਕ ਦ ਗਰੋਥ और they have something कि मैं क्यों नहीं कर पाया, कुछ भी चीज़ हो सकती है and the talks get distributed everywhere, हर लोगों को चीज़ जानती है, किते ना किते घूम के आती है कि हाँ यार XYZ ने तेरे बारे ये गल कही है, ते उस चीज़ ਨੂੰ ਡੀਲ ਕਰਨਾ ਕਿੱਦਾਂ ਲੱਗਦਾ, ਬਿਕੋਜ਼ ਉਹ ਬੰਦਾ ਆਪਣਾ ਖਾਸ ਹੁੰਦਾ ਹੈ, ਜਿਹਨੂੰ ਕਹਿੰਦਾ ਉਹ ਵੀ ਖਾਸ ਹੁੰਦਾ ਹੈ, ਤੇ ਖਾਸ ਚ ਟ੍ਰਾਇੰਗਲ ਖਰਾਬ ਬਣ ਜਾਂਦਾ ਹੈ, ਤੇ ਬਰਮੂਡਾ ਟ੍ਰਾਇੰਗਲ ਬਣ ਜਾਂਦਾ ਹੈ ਉਸ ਚੀਜ਼ ਦਾ। ਸਮਝ ਗਈ ਤੁਹਾਡੀ ਗੱਲ। ਐਕਚੁਅਲੀ ਇਹ ਚੀਜ਼ ਤੁਹਾਡੇ ਹੱਥ 'ਚ ਬਿਲਕੁਲ ਨਹੀਂ ਹੁੰਦੀ ਹੈਗੀ, ਤੁਸੀਂ ਕਿਸੇ ਦਾ ਮੂੰਹ ਨਹੀਂ ਬੰਨ੍ਹ ਸਕਦੇ ਹੈਗੇ, ਜਿਹਨੇ ਜੋ ਬੋਲਣਾ ਹੈ ਉਹਨੇ ਉਹ ਬੋਲਣਾ ਹੀ ਹੈ, ਚੰਗਾ ਬੋਲਣਾ ਹੈ, ਮਾੜਾ ਬੋਲਣਾ ਹੈ, ਉਹ ਤੇ ਮੇਰੀ ਇਹ ਬਿਲੀਫ ਹੈ ਕਿ ਹਰ ਬੰਦਾ ਜੋ ਤੁਹਾਡੇ ਬਾਰੇ ਬੋਲਦਾ ਹੈ ਉਹ ਤੁਹਾਡੇ ਬਾਰੇ ਘੱਟ ਬੋਲ ਰਿਹਾ ਹੁੰਦਾ, ਉਹਨਾਂ ਦੇ ਆਪਦੇ ਬਾਰੇ ਉਹ ਚੀਜ਼ ਜ਼ਿਆਦਾ ਡਿਫਾਈਨ ਕਰ ਰਹੀ ਹੁੰਦੀ ਹੈ। ਕਿਉਂਕਿ ਜੇ ਮੈਨੂੰ ਇਨਸਿਕਿਉਰਿਟੀ ਹੈ ਤਾਂ ਮੈਂ ਕਿਸੇ ਹੋਰ ਬਾਰੇ ਕੁਝ ਗਲਤ ਬੋਲੂੰਗੀ, ਉਹ ਲੇਕਿਨ ਉਸ ਬੰਦੇ ਦੀ ਡੈਫੀਨੇਸ਼ਨ ਨਹੀਂ ਹੈ, ਉਹ ਮੇਰੀ ਇਨਸਿਕਿਉਰਿਟੀ ਦੀ ਡੈਫੀਨੇਸ਼ਨ ਹੈ, ਕਿਉਂਕਿ ਉਹ ਆਊਟ ਆਫ ਦੈਟ ਜੈਲਸੀ ਔਰ ਇਨਸਿਕਿਉਰਿਟੀ ਉਹ ਗੱਲਾਂ ਮੇਰੇ ਮੂੰਹ ਚੋਂ ਨਿਕਲ ਰਹੀਆਂ ਨੇਗੀਆਂ। ਤਾਂ ਇਹ ਆਈ ਥਿੰਕ ਔਨ ਅ ਪਰਸਨਲ ਲੈਵਲ ਸਾਰਿਆਂ ਨੂੰ, ਬਿਕੋਜ਼ ਐਜ਼ ਅਡਲਟਸ, ਐਜ਼ ਆਰਟਿਸਟਸ ਤੇ ਐਜ਼ ਵਰਕਿੰਗ ਪੀਪਲ, ਇਹ ਸਾਨੂੰ ਸਭ ਨੂੰ ਇਹ ਵਰਕ ਐਥਿਕ ਸਮਝ ਲੈਣੇ ਚਾਹੀਦੇ ਨੇ ਕਿ ਇਹ ਇੰਨੀਆਂ ਕੰਮ ਦੇ ਵਿੱਚ ਕਦੇ ਕੋਈ ਅੱਗੇ ਹੈ, ਕਦੇ ਕੋਈ ਪਿੱਛੇ ਹੈ, ਟਾਈਮ ਕਿਸੇ ਦਾ ਵੀ ਇੱਕ ਬਰਾਬਰ ਦਾ ਨਹੀਂ ਰਹਿੰਦਾ ਹੈਗਾ। ਤਾਂ ਇਹੋ ਜਿਹੀ ਗੱਲਾਂ ਨੂੰ ਅਸੀਂ ਜਿੰਨਾ ਕੁ ਅਵੋਇਡ ਕਰੀਏ ਉਨਾ ਵਧੀਆ ਹੁੰਦਾ, ਤੇ ਕਿਉਂਕਿ ਜਿਸ ਕਿਸੇ ਨੂੰ ਵੀ ਆਪਦੇ ਬਾਰੇ ਕੁਝ ਗਲਤ ਸੁਣਨ ਨੂੰ ਮਿਲਦਾ ਹੈ, ਸਪੈਸ਼ਲੀ ਜਦੋਂ ਉਹ ਸਹੀ ਨਹੀਂ ਹੁੰਦਾ ਜਾਂ ਉਹਦੇ ਵਿੱਚ ਥੋੜ੍ਹਾ ਸੱਚ ਹੁੰਦਾ, ਪੂਰਾ ਸੱਚ ਨਹੀਂ ਹੁੰਦਾ, ਤਾਂ ਉਹ ਚੀਜ਼ਾਂ ਬਹੁਤ ਦਿਲ ਦੁਖਾਉਂਦੀਆਂ ਨੇ। ਤਾਂ ਸਾਡੀ ਕੋਸ਼ਿਸ਼ ਇਹ ਰਹਿਣੀ ਚਾਹੀਦੀ ਹੈ ਕਿ ਅਸੀਂ ਐਵੇਂ ਕਿਉਂ ਕਿਸੇ ਦੇ ਬਾਰੇ ਮਾੜਾ ਬੋਲਣਾ ਹੈ, ਕਿਸੇ ਦਾ ਕਿਉਂ ਦਿਲ ਦੁਖਾਉਣਾ, ਤੇ ਪਰਸਨਲੀ ਸਾਨੂੰ ਇੰਨਾ ਸਟਰੋਂਗ ਰਹਿਣ ਦੀ ਜ਼ਰੂਰਤ ਹੈ ਕਿ ਉਸ ਚੀਜ਼ ਨੂੰ ਆਪਦੇ ਆਪ ਨੂੰ ਇਫੈਕਟ ਨਾ ਕਰਨ ਦੇਈਏ, ਕਿਉਂਕਿ ਇਹ ਇੱਕ ਇਹੋ ਜਿਹੀ ਸਪੇਸ ਹੈ ਜਿੱਥੇ ਤੁਹਾਡਾ ਮੈਂਟਲ ਸਟਰੈਂਥ ਬਹੁਤ ਜ਼ਿਆਦਾ ਚਾਹੀਦੀ ਹੈ, ਤੁਹਾਨੂੰ ਬਹੁਤ ਜ਼ਿਆਦਾ ਮੈਂਟਲ ਸਟਰੈਂਥ ਤੇ ਪੇਸ਼ੈਂਸ ਚਾਹੀਦੀ ਹੈ। ਜੇ ਕੱਲ੍ਹ ਨੂੰ ਮੇਰੇ ਬਾਰੇ ਕੋਈ ਵੀ ਕੁਝ ਬੋਲ ਰਿਹਾ ਤਾਂ ਉਹ ਸੋਚ ਕੇ ਮੈਂ ਆਪਦਾ ਕੰਮ ਕਰਨਾ ਛੱਡ ਦੇਵਾਂ, ਐਂਡ ਸਪੈਸ਼ਲੀ ਜਦੋਂ ਸੱਚ ਨਹੀਂ ਹੈ ਤਾਂ ਫਿਰ ਦੈਟ ਮੀਨਸ ਕਿ ਮੈਂ ਵੀਕ ਹਾਂ, ਤਾਂ ਮੈਂ ਆਪਦੇ ਆਪ ਨੂੰ ਉਹਨਾਂ ਚੀਜ਼ਾਂ ਤੋਂ ਵੀਕ ਨਹੀਂ ਪੈਣ ਦੇ ਸਕਦੀ। ਕੀ ਬਾਤ ਹੈ, ਇੰਨੀ ਗਿਆਨ ਦੀਆਂ ਗੱਲਾਂ, ਵਾਹ ਵਾਹ। ਤੁਸੀਂ ਮੈਨੂੰ ਸਵਾਲ ਹੀ ਪੁੱਛ ਰਹੇ ਹੋ, ਹੁਣ ਮੈਂ ਉਹਦੇ ਵਿੱਚ ਕੀ ਦੱਸਾਂ ਹੁਣ ਯਾਰ ਜਿਗਰੀ ਕਸੂਤ। ਇਹ ਮਤਲਬ ਹਰਦੀਪ ਗਰੇਵਾਲ ਭਾਈ ਨਾਲ ਕੰਮ ਕਰਕੇ ਨਾ ਬੰਦਾ ਮੋਟੀਵੇਟ ਜ਼ਿਆਦਾ ਹੋ ਜਾਂਦਾ ਹੈ। ਇਹ ਵੀ ਕਹਿ ਸਕਦੇ। ਇੱਕ ਵਾਰ ਤਾਂ ਪਤਾ ਕੀ ਹੋਇਆ, ਮੈਂ ਨਾ ਭਾਈ ਤੇ ਗਾਣੇ, ਮੈਂ ਬੜਾ ਪਰੇਸ਼ਾਨ ਸੀਗਾ, ਮੈਂ ਨਾ ਭਾਈ ਤੇ ਗਾਣੇ ਦੇਖੇ, ਮੈਂ ਕਿਹਾ ਭਾਈ ਨੇ 3 ਮਿੰਟਾਂ 'ਚ ਬੋਡੀ ਬਣਾ ਲਈ। ਮੈਂ ਜਿਮ ਗਿਆ ਅਗਲੇ ਦਿਨ, ਹਾਂ ਤੇ 2 ਦਿਨ ਫਿਰ ਮੈਂ ਉੱਠ ਨਹੀਂ ਪਾਇਆ। ਇਹ ਗੱਲ ਸੱਚ। मैं जिम मारने गया, मैं कहता भाजी आराम से लगाओ, मैं क्या उसने 3 मिनट में बना ली बॉडी, मैं क्यों नहीं बना सकता, मैं करना है ये। ਉਹਨਾਂ ਦਾ 3 ਮਿੰਟ ਦਾ ਗਾਣਾ ਘੱਟੋ ਘੱਟ 6 ਮਹੀਨੇ ਲੱਗਦੇ ਨੇ ਬਣਾਉਣ ਤੇ। ਮਤਲਬ ਉਹ ਹੁਣ ਲੱਗ ਰਿਹਾ ਨਾ ਪਤਾ ਜਦੋਂ ਕ੍ਰੈਂਪਸ ਪੈਂਦੇ ਨੇ। ਫਿਰ ਮੈਂ ਜਿਮ ਤੋਂ ਸੱਚੀ 6 ਮਹੀਨੇ ਦਾ ਵਿਸ਼ਰਾਮ ਲਿੱਤਾ ਹੋਇਆ ਹੈ। ਵਾਹ ਵਾਹ ਵਾਹ, ਤੇ ਉਹ ਕੰਟੀਨਿਊ ਚੱਲ ਰਿਹਾ ਹੈ। तो हाँ वो चल रहा है कंटिन्यूसली। नेक्स्ट क्वेश्चन इज समथिंग मोर टेक्निकल। ग्रोथ इज इटर्नल एज वेल एज एक्सटर्नल। ਇਹਦੇ ਵਿੱਚ ਗਰੋਥ ਕਿੱਦਾਂ ਹੋ ਸਕਦੀ ਹੈ ਮੈਂਟਲੀ ਐਂਡ ਪ੍ਰੋਫੈਸ਼ਨਲੀ, ਕਿੱਦਾਂ ਆਪਣੇ ਆਪ ਨੂੰ ਇਨਸਾਨ ਗਰੋ ਕਰ ਸਕਦਾ, ਬਿਕੋਜ਼ ਐਜ਼ ਐਨ ਐਕਟਰ ਬਹੁਤ ਚੀਜ਼ਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਕਰੈਕਟਰ ਦੇ ਵਿੱਚ ਇਨਵੋਲਵ ਹੋਣ ਲਈ, ਉਸ ਨੂੰ ਫੀਲ ਕਰਨਾ ਪੈਂਦਾ ਹੈ। ਕਈ ਵਾਰ ਟਾਈਮ ਲੱਗ ਜਾਂਦਾ, 1 दिन 2 दिन ਘੱਟੋ ਘੱਟ ਮਹੀਨਾ ਵੀ ਲੱਗ ਜਾਂਦਾ ਕਈ एक्टर्स ਨੂੰ। उसमें घुसने में महीना लग गया, निकलने में भी टाइम लगता है, बट उसमें ग्रोथ कैसे करे एक्टर? Okay, so mental growth as for getting into a character. Yes. See, ਇਹ ਡਿਪੈਂਡ ਕਰਦਾ ਫਰੋਮ ਪਰਸਨ ਟੂ ਪਰਸਨ, ਕਿਉਂਕਿ ਹਰ ਕਿਸੇ ਦਾ ਦਿਸ ਇਜ਼ ਨਾਟ ਮੈਥਸ ਕਿ ਇੱਕ ਫਾਰਮੂਲਾ ਲੱਗਦਾ ਹੈ ਤੇ ਤੁਸੀਂ ਉਹਦੇ ਨਾਲ ਸਵਾਲ ਨੂੰ ਸੋਲਵ ਕਰ ਲਓਗੇ, ਹੈ ਨਾ। ਹਰ ਕਿਸੇ ਦੀ ਕ੍ਰੀਏਟੀਵਿਟੀ ਇਜ਼ ਡਿਫਰੈਂਟ ਫॉर ਐਵਰੀ ਪਰਸਨ। ਤੇ ਮੈਨੂੰ ਇੱਦਾਂ ਲੱਗਦਾ ਹੈਗਾ ਕਿ ਡਿਪੈਂਡਿੰਗ ਅਪੋਨ ਦ ਕੈਰੈਕਟਰ, ਕਿਉਂਕਿ ਕਈ ਕੈਰੈਕਟਰਸ ਬਹੁਤ ਸਿੰਪਲ ਹੁੰਦੇ ਨੇ, ਤੁਹਾਨੂੰ ਲੱਗਦਾ ਵੀ ਮੇਰੇ ਵਰਗੇ ਹੀ ਨੇ ਇਹ ਤਾਂ, ਮਤਲਬ ਜਿਵੇਂ ਕੋਈ ਕਾਲਜ ਗੋਇੰਗ ਕੈਰੈਕਟਰ ਹੈ ਤਾਂ ਮੈਂ ਤਾਂ ਇਹੋ ਜਿਹੀ ਜ਼ਿੰਦਗੀ ਜੀ ਹੋਈ ਹੈ, ਮੈਨੂੰ ਕੋਈ ਔਖਾ ਨਹੀਂ ਲੱਗੂਗਾ, ਤਾਂ ਉੱਤੇ ਕਦੇ ਇੰਨਾ ਟਾਈਮ ਨਹੀਂ ਲੱਗਦਾ। ਕੁਝ ਕੈਰੈਕਟਰਸ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨਾਲ ਤੁਸੀਂ ਨਹੀਂ ਇੰਨੇ ਫੈਮੀਲੀਅਰ ਹੁੰਦੇ ਹੈਗੇ, ਪਹਿਲਾਂ ਤੁਹਾਨੂੰ ਉਹਨਾਂ ਬਾਰੇ ਪੜ੍ਹਨਾ ਪੈਂਦਾ ਹੈ ਤੇ ਉਹਨਾਂ ਨੂੰ ਸਮਝਣ ਦੀ ਲੋੜ ਪੈਂਦੀ ਹੈ, ਫਿਰ ਉਹਨਾਂ ਨੂੰ ਸਮਝ ਕੇ ਤੁਹਾਨੂੰ ਉਹ ਕੈਰੈਕਟਰ ਦੀ ਇੱਕ ਲਾਈਫ ਆਪਦੇ ਦਿਮਾਗ ਦੇ ਵਿੱਚ ਬਣਾਉਣੀ ਹੁੰਦੀ ਹੈ। ਉਹ ਕਿੱਥੇ ਬੌਰਨ ਹੋਇਆ, ਉਹ ਕਿਵੇਂ ਸੋਚਦਾ ਹੈ, ਉਹਦੀ ਫੈਮਿਲੀ ਲਾਈਫ ਕਿਹੋ ਜਿਹੀ ਰਹੀ, ਉਹਦਾ ਚਾਈਲਡਹੁੱਡ ਕਿਹੋ ਜਿਹਾ ਰਿਹਾ, ਫਿਰ ਤੁਸੀਂ ਉਹ ਸਾਰਾ ਜਦੋਂ ਉਹਨਾਂ ਦੀ ਇੱਕ ਕੈਰੈਕਟਰ ਐਨਾਲਿਸਿਸ ਡੈਪਥ ਦੇ ਵਿੱਚ ਕਰ ਲੈਂਦੇ ਹੋ, ਫਿਰ ਤੁਸੀਂ ਉਸ ਸੀਨਸ ਨੂੰ ਫਿੱਟ ਕਰਦੇ ਹੋ ਕਿ ਉਹ ਸੀਨ ਦੇ ਵਿੱਚ ਉਹ ਕੈਰੈਕਟਰ ਕਿਵੇਂ ਸੋਚ ਰਿਹਾ ਹੋਊਗਾ।
ਤਾਂ ਇਹ ਗਰੋਥ ਨੂੰ ਟਾਈਮ ਲੱਗਦਾ ਹੈ ਤੇ ਮੈਨੂੰ ਆਪਦੇ ਐਕਸਪੀਰੀਅੰਸ ਤੋਂ ਕਹਾਂ ਤਾਂ ਮੈਨੂੰ ਬਹੁਤ ਟਾਈਮ ਚਾਹੀਦਾ ਹੁੰਦਾ ਹੈ। ਜੇ ਤੁਸੀਂ ਮੈਨੂੰ ਕਹੋ ਕਿ ਆ ਲਓ ਜੀ ਤੁਹਾਡੀ ਸਕ੍ਰਿਪਟ ਤੇ ਜਾਓ, ਕੈਮਰਾ ਔਨ ਹੈ, ਕਰੋ, ਮੈਂ ਕਰ ਦੂੰਗੀ, ਲੇਕਿਨ ਉਹ ਪਤਾ ਲੱਗੂਗਾ ਕਿ ਉਹ ਆਰਟੀਫੀਸ਼ੀਅਲ ਹੋ ਰਿਹਾ ਹੈ ਤੇ ਨਾ ਹੀ ਮੈਨੂੰ ਉਸ ਚੀਜ਼ ਦੀ ਸੈਟੀਸਫੈਕਸ਼ਨ ਆਊਗੀ। ਤਾਂ ਸੈਟੀਸਫੈਕਸ਼ਨ ਵਾਸਤੇ ਮੇਰੇ ਲਈ ਇਹ ਬਹੁਤ ਇੰਪੋਰਟੈਂਟ ਹੈ ਕਿ ਮੈਂ ਘੱਟੋ ਘੱਟ, ਜੇ ਬਹੁਤ ਜ਼ਿਆਦਾ ਟਾਈਮ ਨਹੀਂ ਤਾਂ ਘੱਟੋ ਘੱਟ 1 ਜਾਂ 2 ਦਿਨ ਬੈਠ ਕੇ ਜ਼ਰੂਰ ਉਸ ਕੈਰੈਕਟਰ ਨੂੰ ਚੰਗੀ ਤਰ੍ਹਾਂ ਸਟੱਡੀ ਕੀਤਾ ਹੋਵੇ। ਬਿਲਕੁਲ। ਸੋ ਪੜ੍ਹਾਈ ਕਰਨੀ ਬਹੁਤ ਜ਼ਰੂਰੀ ਹੈ, ਜੋ ਮਰਜ਼ੀ ਹੋਵੇ, ਭਾਵੇਂ ਐਕਟਰ ਹੋਵੇ, ਭਾਵੇਂ ਡਾਇਰੈਕਟਰ ਹੋਵੇ, ਭਾਵੇਂ ਸਟੂਡੈਂਟ ਹੋਵੇ। ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਅਕਸਰ ਨਾ ਸਾਡੇ ਕਹਿ ਦਿੰਦੇ ਨੇਗੇ ਕਿ ਐਕਟਰ ਵਾਸਤੇ ਪੜ੍ਹਾਈ ਕਰਨ ਦੀ ਕੀ ਜ਼ਰੂਰਤ ਹੈ। ਇੰਟੈਲੀਜੈਂਟ ਐਕਟਰ, ਇੱਕ ਪੜ੍ਹੇ ਲਿਖੇ ਐਕਟਰ ਦੇ ਵਿੱਚ ਬਹੁਤ ਫਰਕ ਹੁੰਦਾ ਹੈਗਾ। ਤੇ ਐਂਡ ਜਿਸ ਤਰੀਕੇ ਨਾਲ ਇੰਡਸਟਰੀ ਇਵੋਲਵ ਹੋ ਰਹੀ ਹੈ, ਵੀ ਗੋਇੰਗ ਟੂ ਰੀਅਲਾਈਜ਼ ਦੈਟ ਇਨ ਦ ਟਾਈਮਸ ਦੈਟ ਆਰ ਟੂ ਕਮ। ਤੇ ਜਿਵੇਂ OTT ਵੱਧ ਰਿਹਾ ਹੈ ਤੇ ਉਹਦੇ ਵਿੱਚ ਤੁਸੀਂ ਸਕ੍ਰਿਪਟਸ ਦੇਖੋ, ਉਹਨਾਂ ਦੇ ਕੀ ਜੌਨਰਸ ਹੁੰਦੇ ਨੇਗੇ, ਕਿੱਥੋਂ ਚੱਕਿਆ ਹੁੰਦੇ ਨੇ। ਜੇ ਤੁਹਾਨੂੰ ਉਸ ਦੇ ਬੈਕਗਰਾਊਂਡ ਦੀ ਨੌਲੇਜ ਹੀ ਨਹੀਂ ਹੋਊਗੀ ਜਾਂ ਤੁਸੀਂ ਚਾਹਵਾਨ ਨਹੀਂ ਹੋਵੋਗੇ ਉਹਨੂੰ ਸਿੱਖਣ ਦੇ, ਤਾਂ ਕਿਵੇਂ ਕਰੋਗੇ ਫਿਰ? ਸੋ ਮਤਲਬ ਇੰਟਰਸਟ ਦੇ ਨਾਲ ਇੰਟਰਸਟ ਵੀ ਬਹੁਤ ਜ਼ਰੂਰੀ ਹੈ, ਪੜ੍ਹਾਈ ਵੀ ਕਰਨੀ ਬਹੁਤ ਜ਼ਰੂਰੀ ਹੈ। ਦੋਨੋਂ ਚੀਜ਼ਾਂ ਮਤਲਬ ਥੋੜਾ ਮੈਂ ਇੰਗਲਿਸ਼ 'ਚ ਆ ਗਿਆ। ਦੇਖੋ ਮੈਂ ਐਕਚੁਅਲੀ ਕੀ ਹੈ ਨਾ, ਹੁਣ ਹਰਦੀਪ ਗਰੇਵਾਲ ਜੀ ਨੇ ਐਕਟਰ ਕੰਮ ਕੀਤੇ, ਇਹਨਾਂ ਦੀ ਕੈਂਟ MA ਇਨ ਇੰਗਲਿਸ਼ ਥੋੜੀ ਆ ਰਹੀ ਹੈ, ਇੰਗਲਿਸ਼ ਬਹਿ ਰਹੀ ਹੈ ਇੱਧਰ। ਸੋ ਇੰਨਾ ਗਿਆਨ ਲੈਣ ਤੋਂ ਬਾਅਦ ਥੋੜਾ ਜਿਹਾ ਮਜ਼ਾਕ ਵੀ ਕਰਨਾ ਜ਼ਰੂਰੀ ਹੈ। ਸੈਗਮੈਂਟ ਇਜ਼ ਕਾਲਡ ਯਾਰਾਵੇ। ਓਕੇ, ਠੀਕ ਹੈ। ਇਹਦੇ ਵਿੱਚ ਕੀ ਕਰਨਾ, ਤੁਸੀਂ ਆਪਣੇ ਕਿਸੇ ਵੀ ਖਾਸ ਦੋਸਤ ਨੂੰ ਲਾਣਾ ਫੋਨ, ਠੀਕ ਹੈ, ਉਹਨੂੰ ਕਹਿਣਾ ਕਿ ਯਾਰ ਮੈਂ ਨਾ ਆਟੋ ਤੇ ਆ ਰਹੀ ਸੀ, ਗੱਡੀ ਮੇਰਾ ਭਰਾ ਲੈ ਗਿਆ ਤੇ ਮੈਂ ਹੁਣ ਨਾ ਆਟੋ ਤੇ ਆ ਰਹੀ ਸੀ ਕਿਸੇ ਇੰਟਰਵਿਊ ਜਾਣ ਲਈ ਤੇ ਨਾ ਟਾਇਰ ਹੋ ਗਿਆ ਪੈਂਚਰ, ਠੀਕ ਹੈ, ਤੇ ਹੁਣ ਉਹ ਆਟੋ ਵਾਲਾ 500 ਰੁਪਏ ਮੰਗ ਰਿਹਾ। ਅੱਛਾ। ਕਿਉਂਕਿ ਉਹਦੇ ਕੋਲ ਪੈਸੇ ਨਹੀਂ ਹੈ। ਅੱਛਾ। ਦੋਨੋਂ ਟਾਇਰ ਪੈਂਚਰ ਹੋ ਗਏ। ਅੱਛਾ। ਠੀਕ ਹੈ, ਤੇ ਆਟੋ ਵਾਲਾ ਮੈਂ ਬਣੂੰਗਾ ਫੋਨ ਤੇ, ਤੁਸੀਂ ਉਹਨੂੰ ਕਾਲ ਕਰਨਾ ਹੈ। ਵੈਸੇ ਮੈਨੂੰ ਲੱਗਦਾ ਕਿ ਮੇਰੇ ਫਰੈਂਡਸ ਇਹ ਫਿਗਰ ਆਊਟ ਕਰ ਲੈਣਗੇ ਕਿ ਕੁਝ ਗੜਬੜ ਹੋ ਰਹੀ ਹੈ, ਪਰ ਚਲੋ ਮੈਂ ਟਰਾਈ ਕਰ ਲੈਂਦੀ ਹਾਂ। ਬਿਲਕੁਲ ਬਿਲਕੁਲ। ਚਲੋ ਮੈਂ ਅਭੀ ਹੁਣ ਆਟੋ ਵਾਲੇ ਨੇ ਦੇਖ ਲਿਆ ਆਈਫੋਨ ਹੈਗਾ ਹੈ ਅਮੀਰ ਨੇ, ਕਾਲ ਕਰਕੇ ਦੇਖਦੀ ਹਾਂ, ਟਰਾਈ। ਠੀਕ ਹੈ, ਮੈਂ ਪੱਕਾ ਨਹੀਂ ਕਹਿ ਸਕਦੀ ਕਿਉਂਕਿ ਚਲੋ ਲੈਟਸ ਟੇਕ। ਹਾਂਜੀ ਹਾਂਜੀ। ਹੈਲੋ, ਹਾਂ ਰੂਬੀ ਕਿੱਥੇ ਹੈ? ਮੈਂ ਘਰੇ। ਯਾਰ ਮੇਰੀ ਗੱਲ ਸੁਣ, ਥੋੜੀ ਜਿਹੀ ਨਾ ਐਮਰਜੈਂਸੀ ਹੈ। ਮੈਂ ਨਾ ਇੱਧਰ ਆ ਰਹੀ ਸੀਗੀ ਚੰਡੀਗੜ੍ਹ ਤੇ ਸਾਡੀ ਨਾ ਕਾਰ ਖਰਾਬ ਹੋ ਗਈ ਤੇ ਉਦੋਂ ਮੈਂ ਪਹੁੰਚਣਾ ਸੀਗਾ ਟਾਈਮ ਤੇ, ਤਾਂ ਮੈਂ ਇੱਥੋਂ ਰਿਕਸ਼ਾ ਲੈ ਰਹੀ ਸੀ। ਉਹ ਰਿਕਸ਼ੇ ਦਾ ਵੀ ਕੋਈ ਨਾ ਕੋਈ ਪ੍ਰੋਬਲਮ ਆ ਰਹੀ ਤੇ ਮੇਰੇ ਕੋਲ ਨਾ ਕਾਰਡ ਹੈ, ਨਾ ਗੂਗਲ ਪੇ ਵੀ ਨਹੀਂ ਚੱਲ ਰਿਹਾ, ਮੇਰਾ ਬੈਂਕ ਨਹੀਂ ਅਸੈਪਟ ਕਰ ਰਿਹਾ ਹੈਗਾ। ਤੂੰ ਮਾੜਾ ਪਲੀਜ਼ 500 पेटीएम कर देंगी, मैं तेन ਉਹਦਾ नंबर दस दूँगी। कैश चाहिए? कैश मैडम, पेटीएम नहीं है हमारे पास, कैश चाहिए। मैं और क्या कर सकती हूँ फिर भैया? अभी मैडम को ऐसे थोड़ी होता है, आपको वहाँ से लेकर आए हैं हम। ये कौन, किससे बात कर रहे हो आप? पुलिस से बात कर रहे हो? हमको धमकी दिलाओगे अब तुम? गरीब के ऊपर गरीब मार करोगे? भैया है ही नहीं जब मेरे पास कैश, तो मैं क्या करूँ फिर? हमसे बहस रहे हो गरीब आदमी से? यार अभी 1 मिनट प्लीज, मारा जाए कहीं के सारे को कैश नहीं है। हमने YouTube पे वीडियो देखी थी कि लड़की डराती है लड़के को। हम डरते हैं मैडम? पहले थप्पड़ खाए हमारे गाड़ी वाले भैया ने, अब हम थप्पड़ खाएंगे आपसे, बताइए मैडम। कहाँ है ये तो बता दे नोनू। हेलो, कौन बोल रहे हैं मैडम? नमस्ते। हाँ जी सर। भैया कहाँ हो आप अभी? हम सर नहीं भैया हैं, हम हैं ट्रिब्यून चौक। अच्छा, तो भैया अब है नहीं कैश, तो किसी और तरीके से ऑनलाइन देख लो अगर कोई। हम ऐसे वैसे काम नहीं करते मैम, किसी और तरीके कैसे करेंगे अब बताइए आप? पेटीएम हमारे पास है नहीं, फोन हमारा नोकिया है, हमारी जो मेरी बीबी है, मैं क्या बताऊं मैडम, बहुत परेशान चल रहा हूं मैं। पैसे ऊपर से गाड़ी खराब हो गई, ऊपर से मैडम कह रहे हैं पेटीएम ले लो। मैडम पास आईफोन है मैडम, तो मतलब फ़ोन लेके हम भाग जाएं फिर वो गलत बात हो जाएगी, हमारा ईमान नहीं मानता। आप ऐसे कि हम वो ऐसा थोड़ी बोल रही है कि आपको पे नहीं कर रही है। ऐसा तो आप क्या गरीब बातें कर रहे हो? बोलो किसी दोस्त के पास होगा, उसको पैसे दे देते, वो कैसे दे देगा आपको? मैं कहा, मैं इन्नी बार कहा, मैं क्या मेरा कार्ड भी नहीं चल रहा, भी मैं बाद दे विच दे दूंगी, या तो तेन मन ही नहीं रहा है भी तू हाले पेटीएम करवा ले, तू तेरे को आ ही जाऊगा कुछ। मैडम गाड़ी खराब है, क्या करें बताइए आप? एक आपकी फ्रेंड बहुत गुस्से से बात कर रहे हैं हमारे साथ, ऐसे थोड़ी होता है, ऐसे थोड़ी होता है मैम। आप सोचिए गरीब के साथ ऐसा कर रहे हैं। अभी गाड़ी खराब हो गया है, सारा दिन दिहाड़ी लेकर जाना है हमारे को, 200 रुपए का दिहाड़ी बनता है। उनको भी बोल लेगा तो भैया हाँ कितने? हाँ तो कितने मिलेगा? ਅਸੀਂ ਸਟੂਡੀਓ ਬੈਠੇ ਆ। ਅੱਛਾ ਸਰ, ਮੈਂ ਨਾ ਇੱਥੇ ਇੱਕ ਇੰਟਰਵਿਊ ਲਈ ਆਈ ਸੀਗੀ ਤੇ ਉਹਨਾਂ ਨੇ ਵਿੱਚ ਸੈਗਮੈਂਟ ਰੱਖਿਆ ਕਿ ਤੁਸੀਂ ਐਂ ਕਰਕੇ ਆਪਣੀ ਫਰੈਂਡ ਨੂੰ ਕਾਲ ਕਰ ਦਿਓ। ਓਕੇ ਚਲ ਮੈਂ ਕਰ ਦਿਓ ਤੈਨੂੰ ਬਾਅਦ ਚ ਕਾਲ। ਥੈਂਕ ਯੂ ਸੋ ਮਚ ਰੂਬੀ ਜੀ। ਥੈਂਕ ਯੂ। ਓਕੇ
क्या नहीं पता। भैया चुप तो कर जाओ। ਮੈਨੂੰ ਨਾ इंसिडेंट याद आ गया एकदम ही कि फ्लाइंग चपेट पड़ती थी। नहीं, but बहुत गलत इंसिडेंट ਸੀਗਾ ਉਹ ਕਾਫੀ। सो मतलब सेगमेंट बहुत वधिया गई है ना एक ही, मतलब रूबी ने थानू हुण फोन करना है, ये कैसे ऐसे कौन करता है भाई। सो थैंक यू सो मच फॉर द सेगमेंट कि इन्ना तुसी अपने नहीं, दोस्त थैंक यू फॉर योर आइडिया। ਇਹ ਵੀ ਜ਼ਰੂਰੀ ਹੈ ਕਦੇ ਕਦੇ। ਹੁਣ ਜੇ ਗੱਲ ਕਰੀਏ ਅਗਲੇ ਦੇ ਪ੍ਰੋਜੈਕਟਸ ਬਾਰੇ, ਕੀ ਪ੍ਰੋਜੈਕਟਸ ਲੈ ਕੇ ਆ ਰਹੇ ਹੋ ਤੁਸੀਂ? ਅੱਗੇ ਪ੍ਰੋਜੈਕਟਸ ਦੇ ਵਿੱਚ ਜੀ ਹਲੇ ਫਿਲਹਾਲ ਦੇਰ ਇਜ਼ ਅ ਵੈਬ ਸੀਰੀਜ਼ ਐਂਡ ਇਟਸ ਅ ਪੋਲੀਟੀਕਲ ਡਰਾਮਾ, ਤੇ ਉਹਦੇ ਵਿੱਚ ਮੈਂ ਪ੍ਰੋਟੈਗਨਿਸਟ ਪਲੇ ਕਰ ਰਹੀ ਹਾਂ ਐਂਡ ਇਟਸ ਫੀਮੇਲ ਓਰੀਐਂਟਡ। ਤੇ ਮੈਨੂੰ ਸ਼ੁਰੂ ਤੋਂ ਕਾਫੀ ਸ਼ੌਂਕ ਰਿਹਾ ਕਿ ਫੀਮੇਲ ਓਰੀਐਂਟਡ ਪ੍ਰੋਜੈਕਟਸ ਹੋਣ, ਤਾਂ ਆਈ ਐਮ ਲੁਕਿੰਗ ਫਾਰਵਰਡ ਟੂ ਦੈਟ ਵੈਬ ਸੀਰੀਜ਼। ਬਟ ਬਾਕੀ ਦੀ ਚੀਜ਼ਾਂ ਜਿਵੇਂ ਜਿਵੇਂ ਫਿਰ ਟਾਈਮ ਆਏਗਾ ਉਹਦੇ ਅਕੋਰਡਿੰਗ ਰੀਵੀਲ ਕਰਾਂਗੇ। ਦਿਸ ਇਜ਼ ਦ ਫੋਰਮੋਸਟ ਥਿੰਗ ਦੈਟ ਇਜ਼ ਗੋਇੰਗ ਟੂ ਹੈਪਨ ਸੂਨ। क्या बात है। सो ਜਿਹੜੇ ਵੀ ਮਤਲਬ ਗਰਲਸ ਅੱਗੇ ਆਉਣਾ ਚਾਹੁੰਦੀਆਂ ਨੇ ਇਸ ਇੰਡਸਟਰੀ ਦੇ ਵਿੱਚ ਐਂਡ ਦੇ ਵਾਂਟ ਅ ਹੈਲਦੀ ਕੈਰੀਅਰ ਅਹੈਡ, ਉਹਨਾਂ ਲਈ ਤੁਸੀਂ ਕੀ ਕਹੋਗੇ? ਉਹਨਾਂ ਨੂੰ ਮੈਂ ਇਹੀ ਕਹੂੰਗੀ ਕਿ ਪਹਿਲੀ ਗੱਲ ਤਾਂ ਬੀ ਵੈਰੀ ਸ਼ੋਰ ਕਿ ਤੁਸੀਂ ਸਮਝਦੇ ਹੋ ਆਪਦੇ ਆਪ ਨੂੰ ਤੇ ਇੰਡਸਟਰੀ ਨੂੰ, ਤੇ ਤਾਂ ਹੀ ਜੇ ਤੁਹਾਨੂੰ ਇੱਕ ਪ੍ਰੋਪਰ ਸੈਲਫ ਕੌਨਫੀਡੈਂਸ ਹੈ ਤਾਂ ਹੀ ਅੱਗੇ ਆਓ। ਉਹਦਾ ਕੋਈ ਫਾਇਦਾ ਨਹੀਂ ਹੈ ਕਿ ਤੁਹਾਨੂੰ ਲੱਗਦਾ ਹੈਗਾ ਕਿ ਹਾਂ ਮੈਂ ਕਰ ਸਕਦੀ ਹਾਂ ਤੇ ਫਿਰ ਉਦੋਂ ਬਾਅਦ 'ਚ ਲੱਗੇ ਕਿ ਨਹੀਂ ਯਾਰ ਨਹੀਂ। ਇਨਫੈਕਟ ਨਾਟ ਜਸਟ ਫॉर ਇੰਡਸਟਰੀ, ਫॉर ਐਨੀ ਕਾਈਂਡ ਆਫ ਕਰੀਅਰ ਜਿਹੜਾ ਤੁਸੀਂ ਆਪਣੀ ਲਾਈਫ ਦੇ ਵਿੱਚ ਚੂਜ਼ ਕਰਨਾ ਚਾਹੁੰਦੇ ਹੋ, ਆਪਦੇ ਆਪ ਨੂੰ ਚੰਗੀ ਤਰ੍ਹਾਂ ਸਮਝੋ ਤੇ ਉਸ ਕਰੀਅਰ ਨੂੰ ਚੰਗੀ ਤਰ੍ਹਾਂ ਸਮਝੋ ਕਿ ਮੈਂ ਉੱਥੇ ਫਿੱਟ ਬੈਠਦੀ ਹਾਂ ਜਾਂ ਫਿੱਟ ਬੈਠਦਾ ਜਾਂ ਨਹੀਂ। ਤੇ ਦੂਜਾ, ਡੋਂਟ ਗਿਵ ਅਪ। ਜਰਨੀ ਬਹੁਤ ਜ਼ਿਆਦਾ ਕਦੇ ਟਾਇਰਿੰਗ ਹੋ ਜਾਂਦੀ ਹੈ ਤੇ ਸਟੇ ਟਰੂ ਟੂ ਯੋਰ ਸੈਲਫ, ਵੈਰੀ ਇੰਪੋਰਟੈਂਟ ਫॉर ਈਚ ਵਨ ਆਫ ਅਸ, ਬੀ ਇਟ ਅ ਗਰਲ, ਬੀ ਇਟ ਅ ਬॉय, be it a struggler, be it a person ਜਿਹੜਾ already ਇੱਕ established position ਤੇ ਹੈ। always be true to yourself and be nice and kind to everyone। ਤੇ ਆਪਦਾ ਕੰਮ ਕਰੋ ਤੇ ਦੂਜੇ ਦੇ ਕੰਮ ਦੀ ਵੀ ਸਿਫਤ ਕਰੋ, ਨਿੰਦਿਆ ਘੱਟ ਕਰੋ ਤੇ indulge in constructive criticism। I think ਐਂ ਕਰਦੇ ਆਪਾਂ ਅੱਗੇ ਵੱਧ ਸਕਦੇ ਹਾਂ। ਕਿਆ ਨਹੀਂ ਬਾਤ। ਸੋ ਦੇਖੋ, ਫਿਲਮਾਂ ਨੂੰ ਦੇਖੋ ਤੇ ਆਰਟਿਸਟ ਦੀ ਰਿਸਪੈਕਟ ਕਰੋ ਤੇ ਇਹੋ ਜਿਹੀਆਂ ਗੱਲਾਂ ਸੁਣਨ ਲਈ ਹਰਸ਼ੀਨ ਜੀ ਤੋਂ ਦੇਖੋ, ਇੰਨਾ ਗਿਆਨ ਨਾ ਤੁਹਾਨੂੰ ਕਦੇ ਵੀ ਨਹੀਂ ਮਿਲਣਾ। ਇਹ ਐਕਸਕਲੂਸਿਵ ਗਿਆਨ ਹੈ। ਓਨਲੀ ਉਹਦਾ ਨਾਮ ਚੇਂਜ ਕਰ ਦਿੰਦੇ ਆ, ਗਿਆਨ ਦੀਆਂ ਗੱਲਾਂ। ਗਿਆਨ ਦੀਆਂ ਗੱਲਾਂ, ਗਿਆਨ ਨਹੀਂ ਪਤਾ। ਥੈਂਕ ਯੂ ਸੋ ਮਚ ਜੀ ਫॉर ਕਮਿੰਗ ਟੂ ਦ ਸ਼ੋ। ਨਹੀਂ, ਥੈਂਕ ਯੂ ਸੋ ਮਚ ਟੂ ਯੂ ਫॉर ਹੈਵਿੰਗ ਮੀ ਹੇਅਰ। ਬਹੁਤ ਵਧੀਆ ਲੱਗਿਆ ਮੈਨੂੰ। ਥੈਂਕ ਯੂ ਸੋ ਮਚ। ਦ ਸ਼ੋ ਇਜ਼ ਕਾਲਡ ਸਟਾਰ ਨਾਲ ਗੱਲਬਾਤ। ਮੈਂ ਹਾਂ ਤੁਹਾਡਾ ਆਪਣਾ ਸੱਜਲ ਬੱਬਰ।